ਸਾਨੂੰ ਪੜ੍ਹਾਈ ਦੇ ਨਾਲ ਆਪਣੀ ਹੌਬੀਜ਼ 'ਚ ਵੀ ਧਿਆਨ ਦੇਣਾ ਚਾਹੀਦਾ ਹੈ। जय जिनेंद्र। मैं काव्या जैन आत्मा चैनल ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ਖਾਸ ਮੁਲਾਕਾਤ ਖਾਸ ਸ਼ਖਸੀਅਤ ਦੇ ਨਾਲ ਅੱਜ ਮੈਂ ਇਸ ਸ਼ੋਅ ਵਿੱਚ ਹਾਜ਼ਰ ਹਾਂ ਇੱਕ ਬਹੁਤ ਹੀ ਖਾਸ ਸ਼ਖਸੀਅਤ ਨੂੰ ਲੈ ਕੇ ਜੋ ਇੱਕ ਇੰਸਟਾਗ੍ਰਾਮ ਦੀ ਫੇਮਸ ਕੁਈਨ ਹੈ। ਇੰਸਟਾਗ੍ਰਾਮ ਦੇ ਨਾਲ ਇਹ ਮੋਸਟ ਵੀ ਆਪਣਾ ਅਕਾਊਂਟ ਅਪਡੇਟ ਕਰਦੀ ਹੈ ਜਿਹਦੇ ਵਿੱਚ ਬਹੁਤ ਹੀ ਪਿਆਰੀਆਂ ਵੀਡੀਓਜ਼ ਅਪਲੋਡ ਕਰਦੀ ਹੈ ਤੇ ਉੱਥੇ ਇਹਨੂੰ ਦਰਸ਼ਕ ਬਹੁਤ ਜ਼ਿਆਦਾ ਪਿਆਰ ਦਿੰਦੇ ਹੈ। ਇੰਸਟਾਗ੍ਰਾਮ 'ਚ ਕਮ ਸੇ ਕਮ ਇਹਦੇ 70,000 ਫੋਲੋਅਰਸ ਨੇ ਔਰ ਜੋਸ਼ ਦੇ ਵਿੱਚ ਇਹਦੇ ਕਮ ਸੇ ਕਮ 2 ਲੱਖ ਫੋਲੋਅਰਸ ਨੇ ਔਰ ਮੈਂ ਚਾਹੁੰਦੀ ਹਾਂ ਕਿ ਇਸ ਪਿਆਰੀ ਜੀ ਬੇਟੀ ਨੂੰ ਸਾਰੇ ਹੋਰ ਪਿਆਰ ਦਿਓ ਤੇ ਹੋਰ ਤਰੱਕੀਆਂ ਕਰੀਏ। ਅੱਜ ਮੈਂ ਹੁਣ ਇਹਨਾਂ ਦੇ ਨਾਲ ਤੁਹਾਨੂੰ ਕੁਝ ਵਿਚਾਰ ਇਹਨਾਂ ਦੀ ਜ਼ਿੰਦਗੀ ਦਾ ਸਫ਼ਰ ਜੋ ਇਹਨਾਂ ਨੇ ਇੰਸਟਾਗ੍ਰਾਮ ਤੇ ਮੋਜ ਤੋਂ ਸ਼ੁਰੂ ਕੀਤਾ ਸੀ ਉਹਦੇ ਬਾਰੇ ਕੁਝ ਗੱਲਾਂ ਕਰਨ ਜਾ ਰਹੀ ਹਾਂ। ਹਾਂਜੀ ਬੇਟਾ, ਆਪਕਾ ਕਿਆ ਨਾਮ ਹੈ? ਮੇਰਾ ਨਾਮ ਹਰਕੀਰਤ ਕੌਰ ਹੈ। ਅੱਛਾ, ਮੈਨੂੰ ਇਹ ਦੱਸੋ ਕਿ ਜੋ ਇੰਸਟਾਗ੍ਰਾਮ ਦੀ ਜਰਨੀ ਤੁਸੀਂ ਸਟਾਰਟ ਕੀਤੀ ਉਹ ਤੁਸੀਂ ਆਪਣੇ ਮਨ ਦੇ ਨਾਲ ਤੁਸੀਂ ਸੋਚਿਆ ਸੀ ਕਿ ਮੇਰਾ ਇਹ ਸ਼ੌਂਕ ਹੈ, ਮੈਂ ਇਸ ਸ਼ੌਂਕ ਨੂੰ ਆਪਣਾ ਪੈਸ਼ਨ ਬਣਾਉਣਾ ਚਾਹੁੰਦੀ ਹਾਂ, ਜਾਂ ਫਿਰ ਤੁਹਾਨੂੰ ਪਿੱਛੇ ਆਪਣੇ ਪੇਰੈਂਟਸ ਤੇ ਆਪਣੇ ਮਾਤਾ ਪਿਤਾ ਦਾ ਇੰਨਾ ਸਹਿਯੋਗ ਮਿਲ ਰਿਹਾ ਸੀ ਕਿ ਉਹਨਾਂ ਦੇ ਤੁਸੀਂ ਹੌਸਲਾ ਅਫਜ਼ਾਈ ਨਾਲ ਇਸ ਜੋ ਜਰਨੀ ਦੇ ਵਿੱਚ ਆਉਣ ਦੇ ਬਾਰੇ ਸੋਚਿਆ? ਪਹਿਲਾਂ ਮੈਂ ਟਿਕਟੌਕ 'ਤੇ ਵੀ ਸੀਗੀ, ਉਸ ਤੋਂ ਬਾਅਦ ਉਹ ਬੈਨ ਹੋ ਗਿਆ ਅਤੇ ਉਸ ਤੋਂ ਬਾਅਦ ਮੈਂ ਮੰਮਾ ਨੂੰ ਕਿਹਾ ਕਿ ਆਪਾਂ ਇੰਸਟਾਗ੍ਰਾਮ ਦਾ ਅਕਾਊਂਟ ਕ੍ਰੀਏਟ ਕਰਦੇ ਹਾਂ। ਫਿਰ ਮੰਮਾ ਨੇ ਕਿਹਾ ਜਦੋਂ ਫਤਿਹ ਵੱਡਾ ਹੋਏਗਾ ਤਾਂ ਆਪਾਂ ਕਰਾਂਗੇ। ਉਸ ਤੋਂ ਬਾਅਦ ਅਸੀਂ ਮੇਰਾ ਅਕਾਊਂਟ ਕ੍ਰੀਏਟ ਕੀਤਾ ਜਦੋਂ ਫਤਿਹ 3 ਮੰਥਸ ਦਾ ਸੀਗਾ ਅਤੇ ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਕੀਤਾ। ਤੇ ਤੁਹਾਨੂੰ ਇੰਸਟਾਗ੍ਰਾਮ ਦੀ ਜਰਨੀ ਜਦੋਂ ਪਹਿਲਾਂ ਇੰਸਟਾਗ੍ਰਾਮ ਦੀ ਜਰਨੀ ਸਟਾਰਟ ਕੀਤੀ ਜਾਂ ਫਿਰ ਪਹਿਲਾਂ ਮੋਜ ਦੀ ਜਰਨੀ ਸਟਾਰਟ ਕੀਤੀ? ਪਹਿਲਾਂ ਇੰਸਟਾਗ੍ਰਾਮ ਦੀ ਜਰਨੀ ਸਟਾਰਟ ਕੀਤੀ ਸੀ। ਜਦੋਂ ਤੁਸੀਂ ਇੰਸਟਾਗ੍ਰਾਮ ਦੀ ਜਰਨੀ ਸਟਾਰਟ ਕੀਤੀ ਓਬਵੀਅਸ ਹੈ ਕਿ ਸ਼ੁਰੂਆਤ ਦੇ ਵਿੱਚ ਤਾਂ ਦਰਸ਼ਕ ਦੇਖਦੇ ਨਹੀਂ, ਇੰਨਾ ਜ਼ਿਆਦਾ ਪਿਆਰ ਨਹੀਂ ਦਿੰਦੇ ਅਤੇ ਕਦੇ ਮਨ 'ਚ ਨਹੀਂ ਆਇਆ ਕਿ ਮੇਰੀ ਵੀਡੀਓਜ਼ ਜ਼ਿਆਦਾ ਲੋਕ ਨਹੀਂ ਦੇਖ ਰਹੇ ਅਤੇ ਮੈਨੂੰ ਛੱਡ ਦੇਣਾ ਚਾਹੀਦਾ ਹੈ, ਮੈਨੂੰ ਡਰੋਪ ਕਰ ਦੇਣਾ ਚਾਹੀਦਾ, ਮੈਂ ਕੁਛ ਹੋਰ ਟਰਾਈ ਕਰਾਂ, ਇੱਦਾਂ ਕੁਛ ਵਿਚਾਰ ਆਇਆ? ਨਹੀਂ, ਮਤਲਬ ਤੁਸੀਂ ਪੂਰਾ ਤੁਹਾਨੂੰ ਵਿਸ਼ਵਾਸ ਸੀ ਕਿ ਮੈਂ ਇੱਕ ਨਾ ਇੱਕ ਦਿਨ ਇਸ ਮੁਕਾਮ 'ਤੇ ਪਹੁੰਚੂੰਗੀ? ਹਾਂਜੀ, ਮੇਰੀ ਬੈਸਟ ਫਰੈਂਡ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ ਜੋ ਕਿ ਮੈਨੂੰ ਇੰਸਟਾਗ੍ਰਾਮ ਤੋਂ ਹੀ ਮਿਲੀ ਸੀਗੀ। ਅੱਛਾ, ਮਤਲਬ ਤੁਹਾਡੇ ਜੋ ਇੰਸਟਾਗ੍ਰਾਮ ਦੇ ਸਪੋਰਟਰ ਸੀਗੇ ਤੁਹਾਡੀ ਫਰੈਂਡਸ ਵਗੈਰਾ, ਲੇਕਿਨ ਹੁੰਦਾ ਨਾ ਇੱਕ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਕੁਛ ਸੋਚਦੇ ਹਾਂ ਅਤੇ ਸਾਡੇ ਮੰਮੀ ਪਾਪਾ ਦਾ ਜ਼ਿਆਦਾ ਸਹਿਯੋਗ ਹੁੰਦਾ ਹੈ, ਮਤਲਬ ਉਹਨਾਂ ਦਾ ਜ਼ਿਆਦਾ ਸਾਨੂੰ ਸਪੋਰਟ ਹੁੰਦਾ ਹੈ। ਮਤਲਬ ਐਸਾ ਫੀਲਡ ਕਿ ਮੰਮੀ ਜਾਂ ਪਾਪਾ ਵਿੱਚੋਂ ਕੋਈ ਇੱਕ ਪਰਸਨ ਸਪੋਰਟ ਕਰਦਾ ਜਾਂ ਦੋਨੋਂ ਹੀ ਤੁਹਾਨੂੰ ਇੱਕ ਹਾਈ ਲੈਵਲ ਦਾ ਸਪੋਰਟ ਕਰਦੇ? ਦੋਨੋਂ ਹੀ ਹਾਈ ਲੈਵਲ ਦਾ ਸਪੋਰਟ ਕਰਦੇ ਆ। ਅਤੇ ਕੁਛ ਇਹ ਵੀ ਹੁੰਦਾ ਹੈ ਕਿ ਜਦੋਂ ਆਪਾਂ ਅੱਗੇ ਵੱਧਦੇ ਹੁੰਦੇ ਹਾਂ ਸਾਡੇ ਆਸ-ਪਾਸ ਸਾਨੂੰ ਬਹੁਤ ਸਾਰੇ ਇੱਦਾਂ ਦੇ ਰੂਮਰਸ ਚੀਜ਼ਾਂ ਹੁੰਦੀਆਂ ਜੋ ਸਾਨੂੰ ਨੈਗੇਟਿਵ ਥੋਟਸ ਦਿੰਦੇ ਆ ਕਿ ਸਾਨੂੰ ਐਵੇਂ ਨਹੀਂ ਵੀ ਲੱਗਦਾ ਕਿ ਅਸੀਂ ਕੁਛ ਜ਼ਿਆਦਾ ਅੱਗੇ ਵੱਧ ਰਹੇ ਹਾਂ ਜਾਂ ਕੁਛ ਗਲਤ ਕਰ ਰਹੇ ਹਾਂ। ਸਾਨੂੰ ਆਪਣੇ ਆਪ 'ਤੇ ਕਈ ਵਾਰ ਡਾਵਾਡੋਲ ਵਿਸ਼ਵਾਸ ਹੋਣ ਲੱਗ ਜਾਂਦਾ ਕਿ ਲੋਕ ਸਾਡੇ ਬਾਰੇ ਕੁਛ ਅੱਛਾ ਵੀ ਬੋਲਦੇ ਆ, ਕੁਛ ਬੁਰਾ ਵੀ ਬੋਲਦੇ ਆ, ਅਤੇ ਇਹ ਸਾਰੇ ਵਿਚਾਰਾਂ ਦਾ ਤੁਹਾਡੀ ਲਾਈਫ 'ਤੇ ਕੁਛ ਇਫੈਕਟ ਪਿਆ? ਨਹੀਂ, ਅਸੀਂ ਉਹਨਾਂ 'ਤੇ ਧਿਆਨ ਹੀ ਨਹੀਂ ਦਿੰਦੇ। ਬਹੁਤ ਅੱਛੀ ਗੱਲ ਹੈ। ਅੱਜ ਦੇ ਟਾਈਮ ਦੇ ਵਿੱਚ ਮੈਂ ਨਹੀਂ ਸਮਝਦੀ ਇਸ ਏਜ ਦੇ ਵਿੱਚ ਕੋਈ ਇੰਨਾ ਸਮਝਦਾਰ ਬੱਚਾ ਹੈ, ਬਹੁਤ ਸਾਰੇ ਹੈ ਲੇਕਿਨ ਕੁਝ ਘੱਟ ਹੀ ਮਾਤਰਾ ਵਿੱਚ ਮਿਲਣਗੇ ਕਿਉਂਕਿ ਅੱਜ ਕੱਲ੍ਹ ਜੇ ਕੋਈ ਤਰੱਕੀ ਕਰਦਾ ਹੈ ਅਤੇ ਉਹਨੂੰ ਤਰੱਕੀ ਤੋਂ ਨੀਚੇ ਉਤਾਰਨ ਵਾਲੇ ਵੀ ਬਹੁਤ ਜ਼ਿਆਦਾ ਲੋਕ ਹੁੰਦੇ ਹੈ। ਕੋਈ ਬਰਦਾਸ਼ਤ ਕਰੇਗਾ ਕਿ ਉਹ ਅੱਗੇ ਲੈਵਲ 'ਤੇ ਜਾ ਰਿਹਾ, ਕੋਈ ਨਹੀਂ ਵੀ ਬਰਦਾਸ਼ਤ ਕਰਦਾ ਹੁੰਦਾ। ਅਤੇ ਇੱਕ ਕੁਐਸਚਨ ਇਹਦੇ ਨਾਲ ਜੁੜਿਆ ਹੋਇਆ ਹੀ, ਜੋ ਤੁਸੀਂ ਆਪਣੀ ਇੰਸਟਾਗ੍ਰਾਮ ਦੀ ਜਰਨੀ ਸਟਾਰਟ ਕੀਤੀ ਸੀ ਅਤੇ ਮਤਲਬ ਤੁਹਾਨੂੰ ਇਹ ਹੋਇਆ ਕਿ ਮੌਜ 'ਤੇ ਵੀ ਤੁਹਾਨੂੰ ਇੰਨਾ ਪਿਆਰ ਮਿਲੇਗਾ, ਮਤਲਬ ਲੱਗਦਾ ਸੀਗਾ? ਹਾਂਜੀ। ਮੋਜ 'ਤੇ ਤੁਸੀਂ ਇੰਸਟਾਗ੍ਰਾਮ ਤੋਂ ਕਿੰਨੀ ਕੁ ਦੇਰ ਵੱਲ ਆਪਣੀ ਲਾਈਫ ਮਤਲਬ ਸੋਚਿਆ ਕਿ ਮੈਨੂੰ ਪੋਸਟ ਅਪਲੋਡ ਕਰਨੀਆਂ ਚਾਹੀਦੀਆਂ? ਮੈਨੂੰ ਹਲੇ 2-3 ਮੰਥਸ ਹੀ ਹੋਇਆ ਮੌਜ ਚਲਾਉਂਦੇ ਹੋਏ। ਵਾਹ, 2-3 ਮੰਥਸ 'ਚ ਇੰਨਾ ਜ਼ਿਆਦਾ ਪਿਆਰ ਮਿਲਣ ਲੱਗ ਗਿਆ ਤੁਹਾਨੂੰ। ਅਤੇ ਇਹ ਜਿਹੜੀਆਂ ਤੁਸੀਂ ਪੋਸਟ ਅਪਲੋਡ ਕਰਦੇ ਹੋ ਇਹ ਕਿਸ ਬੇਸ 'ਤੇ ਕਰਦੇ ਹੋ? ਕੁਛ ਜਿਵੇਂ ਮਤਲਬ ਇੱਕ ਹੁੰਦਾ ਕਿ ਮੋਟੀਵੇਸ਼ਨਲ ਜਾਂ ਡਾਂਸਿੰਗ ਜਾਂ ਕੁਛ ਪਲੇ ਕਰਨਾ, ਕੁਛ ਕਾਮੇਡੀ ਸਮਥਿੰਗ, ਕੀ ਪਲੇ ਕਰਦੇ ਹੋ ਉਹਦੇ ਵਿੱਚ? ਮਤਲਬ ਐਕਟਿੰਗ ਹੀ ਕਰਦੀ ਹਾਂ। ਉਹ ਪੰਜਾਬੀ ਸੌਂਗਸ ਵੀ ਹੁੰਦੇ ਆ, ਹਿੰਦੀ ਸੌਂਗਸ ਵੀ ਹੁੰਦੇ ਆ। ਠੀਕ ਹੈ, ਮਤਲਬ ਐਕਟਿੰਗ ਹੈ ਮੇਨ ਤੁਹਾਡੀ ਹੈਬਿਟਸ ਕੀ ਹੈ? ਹੈਬਿਟ ਮਤਲਬ ਤੁਹਾਨੂੰ ਸ਼ੌਂਕ ਕੀ ਹੈ? ਸਿੰਗਰ ਬਣਨਾ ਮੈਂ ਵੱਡੇ ਹੋ ਕੇ, ਸਿੰਗਿੰਗ, ਐਕਟਿੰਗ। ਅੱਛਾ, ਤੁਸੀਂ ਐਕਟਿੰਗ ਔਰ ਸਿੰਗਿੰਗ ਨੂੰ ਚੁਣਿਆ, ਲੇਕਿਨ ਜੇ ਤੁਹਾਨੂੰ ਜਿੱਦਾਂ ਹੁਣ ਤੁਸੀਂ ਇਸ ਮੁਕਾਮ 'ਤੇ ਪਹੁੰਚ ਚੁੱਕੇ, ਤੁਹਾਨੂੰ ਕੁਛ ਹੋਰ ਚੀਜ਼ਾਂ ਲਈ ਅਪਰੋਚ ਕੀਤਾ ਜਾਏ, ਜਿਵੇਂ ਕਿਸੇ ਕਾਮੇਡੀ ਲਈ ਅਪਰੋਚ ਕੀਤਾ ਜਾਏ, ਕੁਛ ਐਸੇ ਕਰਨ ਦੇ ਲਈ ਅਪਰੋਚ ਕੀਤਾ ਜਾਏ, ਤੁਸੀਂ ਕਰਨਾ ਚਾਹੋਗੇ? ਹਾਂਜੀ, ਅਗਰ ਉਹ ਪੰਜਾਬ 'ਚ ਹੋਇਆ ਤਾਂ ਜ਼ਰੂਰ। ਹਰਕੀਰਤ, ਮੈਂ ਇਹ ਵੀ ਸੁਣਿਆ ਕਿ ਤੁਸੀਂ ਐਕਟਿੰਗ ਦੇ ਵਿੱਚ ਤਾਂ ਮਾਹਿਰ ਹੋ, ਤੁਸੀਂ ਸ਼ਬਦ ਕੀਰਤਨ 'ਚ ਵੀ ਬਹੁਤ ਅੱਛੇ ਹੋ, ਮਤਲਬ ਤੁਸੀਂ ਧਾਰਮਿਕ ਵੀ ਬਹੁਤ ਗਿਆਨ ਰੱਖਦੇ ਹੋ। ਹਾਂਜੀ, ਮੈਂ ਸ਼ਬਦ ਗਾਇਨ ਕਰਦੀ ਹਾਂ ਗੁਰਦੁਆਰੇ 'ਚ ਵੀ।
ਇਹ ਬੱਚੀ ਮਤਲਬ ਜੋ ਐਕਟਿੰਗ ਹੈ, ਡਾਂਸਿੰਗ ਹੈ, ਉਹ 'ਚ ਤਾਂ ਸਭ ਤੋਂ ਅੱਗੇ ਹੈ ਹੀ ਹੈ, ਲੇਕਿਨ ਉਹਦੇ ਨਾਲ ਨਾਲ ਇਹਨੂੰ ਧਾਰਮਿਕ ਗਿਆਨ ਵੀ ਬਹੁਤ ਹੈ। ਇਹ ਗੁਰਦੁਆਰੇ ਦੇ ਵਿੱਚ ਬਹੁਤ ਅੱਛੇ ਸ਼ਬਦ ਕੀਰਤਨ ਕਰਦੀ ਹੈ, ਔਰ ਮੈਂ ਤੁਹਾਨੂੰ ਸੁਣਾਵਾਂਗੀ ਵੀ ਕਿ ਇਹ ਕਿੰਨਾ ਅੱਛਾ ਸ਼ਬਦ ਕੀਰਤਨ ਹਾਰਮੋਨੀਅਮ ਦੇ ਨਾਲ ਕਰਕੇ ਸਾਨੂੰ ਸੁਣਾਏਗੀ, ਔਰ ਸਾਨੂੰ ਵੀ ਪਰਮਾਤਮਾ ਦੇ ਨਾਲ ਆਪਣੇ ਸ਼ਬਦ ਕੀਰਤਨ ਦੇ ਨਾਲ ਜੋੜੇਗੀ। ਤੋ ਇਸ ਤੋਂ ਇਲਾਵਾ ਹਰਕੀਰਤ, ਤੁਸੀਂ ਇਸ ਮੁਕਾਮ 'ਤੇ ਪਹੁੰਚੇ ਹੋ। ਓਬਵੀਅਸ ਹੈ ਕਿ ਹਰ ਇੱਕ ਸਕਸੈਸਫੁਲ ਇਨਸਾਨ ਦੇ ਪਿੱਛੇ ਇੱਕ ਹੱਥ ਹੁੰਦਾ ਹੈ ਨਾ, ਇੱਕ ਪਰਸਨ ਦਾ। ਜਿੱਦਾਂ ਕਿਹਾ ਗਿਆ ਹੈ ਕਿ ਅਗਰ ਔਰਤ ਤਰੱਕੀ ਕਰਦੀ ਹੈ ਤਾਂ ਉਹਦੇ ਪਿੱਛੇ ਆਦਮੀ ਦਾ ਹੱਥ ਹੁੰਦਾ ਹੈ, ਅਗਰ ਆਦਮੀ ਤਰੱਕੀ ਕਰਦਾ ਹੈ ਤਾਂ ਉਹਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ। ਓਬਵੀਅਸ ਹੈ ਹੁੰਦਾ, ਅਤੇ ਕਿਉਂਕਿ ਇਕੱਲਾ ਇਨਸਾਨ ਕੁਛ ਨਹੀਂ ਕਰ ਸਕਦਾ। ਅਤੇ ਤੁਹਾਡੀ ਤਰੱਕੀ ਦੇ ਪਿੱਛੇ ਮੇਨ ਕਿਹਦਾ ਹੱਥ ਹੈ, ਉਹਨਾਂ ਦੇ ਬਾਰੇ ਦੱਸੋ। ਮੇਰੇ ਮੰਮਾ ਪਾਪਾ ਦੋਨਾਂ ਦਾ ਹੀ ਹੱਥ ਹੈ। ਉਹ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਹੈ। ਮੇਰੇ ਮੰਮਾ ਹੀ ਮੇਰੀ ਰੀਲਸ ਸ਼ੂਟ ਕਰਦੇ ਹੈ ਜ਼ਿਆਦਾਤਰ। ਅੱਛਾ, ਮੰਮਾ ਤੁਹਾਡੇ ਡਾਇਰੈਕਟਰ ਹੈ ਔਰ ਮੰਮਾ ਤੁਹਾਡੇ ਕੈਮਰਾਮੈਨ ਹੈ, ਸਭ ਕੁਛ ਮੰਮਾ ਹੀ ਹੈ ਨਾ। ਤੋ ਮੈਨੂੰ ਬੜਾ ਵਧੀਆ ਲੱਗ ਰਿਹਾ ਕਿ ਅੱਜ ਦੇ ਟਾਈਮ ਦੇ ਵਿੱਚ ਇੱਦਾਂ ਦੇ ਵੀ ਪੇਰੈਂਟਸ ਹੈ ਜੋ ਬੱਚੇ ਦੇ ਅੰਦਰ ਜੋ ਕੁਆਲਿਟੀ ਹੈ ਉਹਨੂੰ ਹੋਰ ਉਭਾਰਦੇ ਹੈ। ਨਹੀਂ ਤਾਂ ਅੱਜ ਕੱਲ੍ਹ ਜਿੱਦਾਂ ਦੇ ਪੇਰੈਂਟਸ ਕਈ ਇੱਦਾਂ ਦੇ ਵੀ ਹੈ ਕਿ ਬਸ ਕਹਿੰਦੇ ਕਿ ਸਟੱਡੀ ਤੱਕ ਹੀ ਬੱਚਾ ਇੱਕ ਬੁੱਕ ਵਰਮ ਬਣ ਕੇ ਰਹੇ, ਜਦ ਕਿ ਇਹ ਬਹੁਤ ਗਲਤ ਹੈ। ਇੱਕ ਬੱਚਾ ਸਟੱਡੀ ਤੱਕ ਨਹੀਂ ਸੀਮਿਤ ਹੋਣਾ ਚਾਹੀਦਾ। ਉਹਦੇ ਅੰਦਰ ਦੇ ਜੋ ਜੁੜੇ ਸ਼ੌਂਕ ਹੈ ਉਹਨੂੰ ਉਭਾਰੋ, ਉਹਨੂੰ ਨਿਖਾਰੋ, ਤਾਂ ਕਿ ਉਹ ਇੱਕ ਬਹੁਤ ਵੱਡੀ ਤਰੱਕੀ ਤੱਕ ਪਹੁੰਚ ਸਕੇ। ਔਰ ਉਹ ਤਰੱਕੀ ਤੱਕ ਕੌਣ ਪਹੁੰਚਾਏਗਾ? ਸਿਰਫ ਮਾਤਾ ਪਿਤਾ, ਕਿਉਂਕਿ ਮਾਤਾ ਪਿਤਾ ਐਸੀ ਸਾਡੀ ਇੱਕ ਪਿਲਰ ਹੁੰਦੇ ਹੈ, ਐਸਾ ਸਟਰੋਂਗ ਪਾਰਟ ਹੁੰਦੇ ਹੈ। ਉਹਨਾਂ ਦੇ ਬਿਨਾਂ ਸਾਡਾ ਜੀਵਨ ਇੱਕ ਅਧੂਰਾ ਹੈ, ਔਰ ਉਹਨਾਂ ਦੇ ਬਿਨਾਂ ਜੇ ਜੀਵਨ ਸਾਡਾ ਅਧੂਰਾ ਹੋਏਗਾ ਅਸੀਂ ਜੀਵਨ 'ਚ ਕੋਈ ਤਰੱਕੀ ਹਾਸਿਲ ਕਰ ਹੀ ਨਹੀਂ ਸਕਦੇ। ਹੁਣ ਇਸ ਤੋਂ ਇਲਾਵਾ ਹਰਕੀਰਤ ਕਿ ਜੇ ਦੇਖਿਆ ਜਾਵੇ ਤੁਸੀਂ ਆਪਣੀ ਲਾਈਫ ਦੇ ਵਿੱਚ ਸਟੱਡੀ ਕਹਿੰਦੇ ਹੋ ਕਿ ਮੈਂ ਬਹੁਤ ਅੱਛੀ ਕਰਦੀ ਹਾਂ, ਸਟੱਡੀ ਦੇ ਨਾਲ ਨਾਲ ਮੈਂ ਸਭ ਕੁਝ ਮੈਨੇਜ ਕਰਦੀ ਹਾਂ। ਕਦੀ ਇੱਦਾਂ ਪੀਰੀਅਡ ਆਉਂਦਾ ਕਿ ਸਾਨੂੰ ਲੱਗਦਾ ਕਿ ਮੈਂ ਸਟੱਡੀ ਵੱਲ ਘੱਟ ਧਿਆਨ ਦੇ ਰਹੀ ਹਾਂ ਔਰ ਮੈਂ ਆਪਣੀ ਪੋਸਟ ਵੱਲ ਜ਼ਿਆਦਾ ਧਿਆਨ ਦੇ ਰਹੀ ਹਾਂ, ਮਤਲਬ ਮੈਂ ਦੋਨਾਂ ਨੂੰ ਇਕੁਅਲ ਟਾਈਮ ਨਹੀਂ ਦੇ ਪਾ ਰਹੀ? ਨਹੀਂ, ਮੈਂ ਜੋ ਰੀਲ ਸ਼ੂਟ ਕਰਦੀ ਹਾਂ ਉਹ ਸਿਰਫ ਸੰਡੇ ਨੂੰ ਹੀ ਕਰਦੀ ਹਾਂ, ਜਾਂ ਵਿੱਚ ਚੱਲ ਜਦੋਂ ਛੁੱਟੀ ਹੁੰਦੀ ਹੈ ਮੇਰੀ। ਨਹੀਂ ਤਾਂ ਬਾਕੀ ਸਾਰਾ ਧਿਆਨ ਮੇਰਾ ਸਟੱਡੀ 'ਚ ਹੀ ਹੁੰਦਾ ਹੈ। ਮੇਰੇ ਮੰਮਾ ਹੀ ਮੇਰੀ ਵੀਡੀਓਜ਼ ਪੋਸਟ ਕਰਦੇ ਆ, ਮੇਰੇ ਮੰਮਾ ਹੀ ਮੇਰੀ ਆਈਡੀ ਮੈਨੇਜ ਕਰਦੇ ਆ। ਤੁਹਾਡੀ ਮੰਮਾ ਬਹੁਤ ਜ਼ਿਆਦਾ ਮਲਟੀਟਾਸਕਿੰਗ ਹੈ, ਕਿਉਂਕਿ ਅੱਜ ਕੱਲ੍ਹ ਹਾਊਸ ਵਾਈਫ ਦੇ ਲਈ ਘਰ ਦੇ ਕੰਮ ਦੇ ਨਾਲ ਨਾਲ ਇੰਨਾ ਕੁਛ ਮੈਨੇਜ ਕਰਨਾ ਬਹੁਤ ਵੱਡੀ ਗੱਲ ਹੈ। ਸੋ ਇਹਨਾਂ ਦੀ ਮੰਮਾ ਵਰਗੀ ਸਾਰੀ ਜੋ ਮਤਲਬ ਸਾਡੀ ਦੁਨੀਆ 'ਚ ਜਿੰਨੀਆਂ ਵੀ ਮਾਵਾਂ ਨੇ ਉਹ ਇਹਨਾਂ ਵਾਂਗੂ ਸਪੋਰਟਿਵ ਬਣਨ, ਤਾਂ ਕਿ ਆਪਣੇ ਬੱਚੇ ਨੂੰ ਉਹਨਾਂ ਦੇ ਜੋ ਅੰਦਰ ਦੇ ਗੁਣ ਹੈਗੇ ਉਹਨੂੰ ਨਿਖਾਰਨ। ਅਤੇ ਹਰ ਕੰਮ ਦੇ ਨਾਲ ਸਭ ਕੁਛ ਹੋ ਸਕਦਾ, ਇੱਕ ਮੈਨੇਜਮੈਂਟ ਦੀ ਜ਼ਰੂਰਤ ਹੁੰਦੀ ਹੈ ਜੋ ਆਪਾਂ ਕਰ ਸਕਦੇ ਹਾਂ, ਆਪਣੇ ਬੱਚੇ ਦੀ ਤਰੱਕੀ ਲਈ ਕਰ ਸਕਦੇ ਹਾਂ। ਅਤੇ ਇਸ ਤੋਂ ਇਲਾਵਾ ਹੁਣ ਹਰਕੀਰਤ ਤੋਂ ਆਪਾਂ ਉਹਦੇ ਸ਼ਬਦ ਸੁਣਾਂਗੇ। ਸ਼ਬਦ ਦੀਆਂ 2 ਲਾਈਨਾਂ ਮੈਂ ਚਾਹੂੰਗੀ ਕਿ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਓ। ਹਾਂਜੀ ਜ਼ਰੂਰ। ਕਿਹੜਾ ਸ਼ਬਦ ਸੁਣਾਓਗੇ? ਸਤਿਗੁਰ ਕੀ ਸੇਵਾ ਸਫਲ ਹੈ। ਹੁਣ ਤੁਹਾਨੂੰ ਹਰਕੀਰਤ ਸ਼ਬਦ ਸੁਣਾਉਣ ਵਾਲੀ ਹੈ, ਤੁਸੀਂ ਜ਼ਰੂਰ ਸੁਣਨਾ ਔਰ ਉਹਨੂੰ ਪਿਆਰ ਦੇਣਾ। ਹੁਣ ਤੁਹਾਨੂੰ ਹਰਕੀਰਤ ਦੇ ਮਤਲਬ ਮੂੰਹ ਤੋਂ ਇੱਕ ਸੁੰਦਰ ਜਿਹਾ ਸ਼ਬਦ ਸੁਣਾਉਣ ਜਾ ਰਹੇ ਹਾਂ, ਤਾਂ ਕਿ ਤੁਸੀਂ ਉਸ ਪਰਮਾਤਮਾ ਦੇ ਨਾਲ ਜੁੜ ਸਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सतगुर की सेवा सफल है, सतगुर की सेवा सफल है। जे को करे चित लाए, जे को करे चित लाए, सतगुर की सेवा सफल है, सतगुर की सेवा सफल है। मन चिंदिया फल पावना, मन चिंदिया फल पावना, हम विचो जाए, हम विचो जाए, सतगुर की सेवा सफल है, सतगुर की सेवा सफल है। बंधन तोड़े मुक्त होए,
बंधन तोड़े मुकत होए, सच्चे रहे समाए, सच्चे रहे समाए। सतगुर की सेवा सफल है, सतगुर की सेवा सफल है। इस जग में नाम लब है, इस जग में नाम लब है। गुरमुख वसै मन आए, गुरमुख वसै मन आए। सतगुर की सेवा सफल है, सतगुर की सेवा सफल है। नानक जो गुर सेवै अपना, नानक जो गुर सेवै अपना। हो तिन बलिहार जाओ, हो तिन बलिहार जाओ। सतगुर की सेवा सफल है। जे को करे चित लाए, जे को करे चित लाए। सतगुर की सेवा सफल है, सतगुर की सेवा सफल है, सतगुर की सेवा सफल है। वाहिगुरु जी का खालसा, वाहिगुरु जी की फतेह। ਤੁਸੀਂ ਸਾਰਿਆਂ ਨੇ ਹਰਕੀਰਤ ਦੇ ਸ਼ਬਦ ਦਾ ਉਚਾਰਨ ਸੁਣਿਆ, ਬਹੁਤ ਅੱਛਾ ਸ਼ਬਦ ਉਚਾਰਨ ਕਰਦੀ ਹੈ ਇਹ ਬੇਟੀ। ਇੱਕ ਹਰ ਮਤਲਬ ਕਹਿੰਦੇ ਆ ਨਾ ਕਿ ਹਰ ਪੋਸਟ ਦੇ ਨਾਲ ਨਾਲ ਜੋ ਡਾਂਸ ਜੋ ਸਿੰਗਿੰਗ ਸਭ ਕੁਝ ਤਾਂ ਬੜੀਆ ਕਰਦੀ ਹੈ, ਲੇਕਿਨ ਉਹਦੇ ਨਾਲ ਨਾਲ ਇਹ ਸ਼ਬਦ ਵੀ ਬਹੁਤ ਅੱਛਾ ਗਾਇਨ ਕਰਦੀ ਹੈ। ਅਤੇ ਇਹਦੇ ਕਰਕੇ ਹੁਣ ਮੈਂ ਇੱਕ ਹੋਰ ਕੁਐਸਚਨ ਪੁੱਛਣਾ ਚਾਹੂੰਗੀ ਹਰਕੀਰਤ ਕਿ ਇਸ ਮੁਕਾਮ 'ਤੇ ਪਹੁੰਚਦੇ ਪਹੁੰਚਦੇ ਤੁਸੀਂ ਆਪਣੇ ਦਰਸ਼ਕਾਂ ਨੂੰ ਹੋਰ ਕੀ ਮੈਸੇਜ ਦੇਣਾ ਚਾਹੋਗੇ ਜੋ ਸਾਡੇ ਦਰਸ਼ਕ ਦੇਖ ਰਹੇ ਹੈ? ਕਿ ਸਾਨੂੰ ਪੜ੍ਹਾਈ ਦੇ ਨਾਲ ਨਾਲ ਆਪਣੀ ਹੌਬੀਜ਼ 'ਚ ਵੀ ਧਿਆਨ ਦੇਣਾ ਚਾਹੀਦਾ ਹੈ, ਉੱਚ ਵੀ ਧਿਆਨ ਦੇਣਾ ਚਾਹੀਦਾ ਹੈ ਅਤੇ ਉਹਨੂੰ ਵੀ ਇਨਕਰੇਜ ਕਰਨਾ ਚਾਹੀਦਾ ਹੈ। ਅੱਛਾ, ਜੋ ਪੇਰੈਂਟਸ ਮਤਲਬ ਸਪੋਰਟ ਕਈ ਵਾਰ ਕਹਿੰਦੇ, ਹਰੇਕ ਨੂੰ ਹੁੰਦਾ, ਹਰ ਪੇਰੈਂਟਸ ਹੁੰਦਾ ਕਿ ਸਾਡਾ ਬੱਚਾ ਸਟੱਡੀ ਲੈਵਲ 'ਤੇ ਅੱਗੇ ਜਾਵੇ। ਚਲੋ ਕਈ ਨਹੀਂ ਉਸ ਚੀਜ਼ ਨੂੰ ਦੇਖਦੇ, ਕਈ ਦੇਖਦੇ ਹੈ। ਅਤੇ ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਅੰਦਰ ਇਹ ਕੁਆਲਿਟੀ ਹੈ ਅਤੇ ਅਸੀਂ ਇਹਨੂੰ ਮਤਲਬ ਬਾਹਰ ਲਿਆ ਕੇ ਨਿਖਾਰ ਕੇ ਇਹਨੂੰ ਅੱਗੇ ਤਰੱਕੀ ਕਰ ਸਕਦੇ ਹਾਂ? ਇੱਦਾਂ ਕੁਛ ਪਤਾ ਲੱਗ ਜਾਂਦਾ ਬੱਚੇ ਨੂੰ ਖੁਦ ਕਿ ਉਹਦੇ ਅੰਦਰ ਕਿਆ ਕੁਆਲਿਟੀ ਹੈ? ਹਾਂਜੀ। ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਕਿ ਤੁਸੀਂ ਕਰ ਸਕਦੇ? ਮੈਂ ਟਿਕਟੋਕ 'ਤੇ ਵੀ ਸੀਗੀ, ਨਾਲੇ ਮੈਂ ਮਿਊਜ਼ਿਕ ਵੀ ਸਿੱਖਦੀ ਸੀਗੀ ਪਹਿਲਾਂ। 1 ਈਅਰ ਮੈਂ ਪੂਰਾ ਮਿਊਜ਼ਿਕ ਸਿੱਖਿਆ ਹੈ। ਮਤਲਬ ਸਾਰੇ ਬੱਚਿਆਂ ਨੂੰ ਆਪਣੇ ਅੰਦਰ ਛੁਪੇ ਜੋ ਗੁਣ ਹੈ ਉਹਨੂੰ ਬਾਹਰ ਨਿਕਾਲ ਕੇ ਮਤਲਬ ਆਪਣਾ ਕੁਆਲਿਟੀ ਨੂੰ ਨਿਖਾਰਨਾ ਚਾਹੀਦਾ ਤਾਂ ਕਿ ਉਹ ਆਪਣੀ ਜ਼ਿੰਦਗੀ ਵਿੱਚ ਤਰੱਕੀ ਹਾਸਿਲ ਕਰ ਸਕਣ। ਅਤੇ ਤੁਸੀਂ ਆਪਣੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਕਿ ਸਾਨੂੰ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੀ ਹੌਬੀਜ਼ 'ਚ ਵੀ ਧਿਆਨ ਦੇਣਾ ਚਾਹੀਦਾ ਹੈ ਅਤੇ ਉਹਨੂੰ ਵੀ ਆਪਣਾ ਬਾਹਰ ਕੱਢਣਾ ਚਾਹੀਦਾ ਹੈ ਜੋ ਸਾਡੀ ਹੌਬੀ ਹੈ। ਅਤੇ ਜੋ ਤੁਹਾਨੂੰ ਜਿਨ੍ਹਾਂ ਨੇ ਇਸ ਮੁਕਾਮ 'ਤੇ ਪਹੁੰਚਾਇਆ ਤੁਹਾਡੇ ਫੋਲੋਅਰਸ, ਉਹਨਾਂ ਲਈ ਕੀ ਮੈਸੇਜ ਹੈ? ਕਿ ਥੈਂਕ ਯੂ ਸੋ ਮਚ ਕਿ ਤੁਸੀਂ ਮੈਨੂੰ ਇੰਨਾ ਸਪੋਰਟ ਕੀਤਾ, ਅੱਗੇ ਵੀ ਕਰਦੇ ਰਹੋ। ਅਤੇ ਮੇਰੀ ਬੈਸਟ ਫਰੈਂਡ ਕੌਰਪ੍ਰਭ ਕੌਰ ਨੇ ਮੈਨੂੰ ਸਭ ਤੋਂ ਜ਼ਿਆਦਾ ਸਪੋਰਟ ਕੀਤਾ, ਉਹਨੂੰ ਵੀ ਬਹੁਤ ਜ਼ਿਆਦਾ ਥੈਂਕ ਯੂ। ਥੈਂਕ ਯੂ ਸੋ ਮਚ ਹਰਕੀਰਤ, ਮੈਨੂੰ ਬਹੁਤ ਅੱਛਾ ਲੱਗਾ। ਇੰਨੀ ਵਧੀਆ ਲੜਕੀ ਨਾਲ ਮਿਲਣ 'ਤੇ ਸੱਚੀ ਖਾਸ ਸ਼ਖਸੀਅਤ ਹੈ। ਠੀਕ ਹੈ, ਜੂਨੀਅਰ ਸ਼ਖਸੀਅਤ ਹੈ ਲੇਕਿਨ ਇਹ ਬਹੁਤ ਖਾਸ ਹੈ ਕਿਉਂਕਿ ਅੱਜ ਇੰਨੀ ਕੁ ਏਜ ਦੇ ਵਿੱਚ ਇੰਨੀ ਤਰੱਕੀ ਹਾਸਿਲ ਕਰਨਾ ਇੱਕ ਛੋਟੀ ਗੱਲ ਨਹੀਂ ਹੁੰਦੀ, ਬਹੁਤ ਵੱਡੀ ਗੱਲ ਹੁੰਦੀ ਹੈ। ਅੱਜ ਕੱਲ੍ਹ ਦੇ ਟਾਈਮ ਵਿੱਚ ਬੇਟੀਆਂ ਨੂੰ ਅਸੀਂ ਇਸ ਮੁਕਾਮ 'ਤੇ ਲੈ ਕੇ ਜਾ ਰਹੇ ਹਾਂ ਜੋ ਸਭ ਨੂੰ ਦੇਖਣਾ ਚਾਹੀਦਾ ਇਹ ਐਪੀਸੋਡ ਔਰ ਸਭ ਨੂੰ ਪ੍ਰੇਰਿਤ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਟਾਈਮ ਵਿੱਚ ਮੈਨੂੰ ਨਹੀਂ ਲੱਗਦਾ ਕਿ ਬੇਟੀ ਦੇ ਉੱਤੇ ਕੋਈ ਇੰਨਾ ਜ਼ਿਆਦਾ ਇੰਨਾ ਪਿਆਰ ਦੁਲਾਰ ਕਰਦੇ ਨੇ, ਬਹੁਤ ਸਾਰੇ ਕਰਦੇ ਨੇ, ਲੇਕਿਨ ਕਈ ਐਸੇ ਵੀ ਹੈ ਜੋ ਬੇਟੀਆਂ ਨੂੰ ਕੁਝ ਨਹੀਂ ਸਮਝਦੇ। ਅਗਰ ਉਹ ਸਮਝਣ ਤੇ ਅੱਜ ਵੀ ਅਨਾਥ ਆਸ਼ਰਮ ਵਿੱਚ ਸਭ ਤੋਂ ਜ਼ਿਆਦਾ ਬੇਟੀਆਂ ਨਾ ਮਿਲਣ। ਔਰ ਇਹ ਮੈਂ ਝੂਠ ਨਹੀਂ ਬੋਲਦੀ, ਮੈਂ ਇਸ ਚੀਜ਼ ਨੂੰ ਦੇਖਦੀ ਹਾਂ ਔਰ ਮੇਰੇ ਨਾਲ ਬਹੁਤ ਸਾਰੇ ਇਸ ਚੀਜ਼ ਨੂੰ ਦੇਖਦੇ ਹੋਣਗੇ ਕਿਉਂਕਿ ਹੈ ਨਾ ਇਹੋ ਜਿਹਾ ਵਰਤਾਓ ਹੋ ਰਿਹਾ ਹੈ
ਕਿ ਬੇਟੀ ਤੇ ਬੇਟੀ ਦੇ ਵਿੱਚ ਭੇਦਭਾਵ ਹੋ ਰਿਹਾ ਹੈ। ਜੇ ਸਿਰਫ ਪਾਲਣ ਪੋਸ਼ਣ ਨਾਲ ਹੀ ਵਿਚਾਰ ਪਨਪਦੇ ਆ, ਪਾਲਣ ਪੋਸ਼ਣ ਨਾਲ ਹੀ ਸਾਨੂੰ ਅੱਛੇ ਸੰਸਕਾਰਾਂ ਦਾ ਵਿਚਾਰ ਮਿਲਦਾ ਹੈ, ਤੇ ਫਿਰ ਇੱਕ ਬੇਟੀ ਕਿਉਂ ਨਹੀਂ ਬੁਢਾਪੇ ਦਾ ਆਧਾਰ ਬਣ ਸਕਦੀ ਹੈ। ਉਹ ਬੁਢਾਪੇ ਦਾ ਆਧਾਰ ਵੀ ਬਣ ਸਕਦੀ ਹੈ, ਉਹ ਇੱਕ ਮਾਤਾ ਪਿਤਾ ਦਾ ਸਹਾਰਾ ਵੀ ਬਣ ਸਕਦੀ ਹੈ। ਦੇਖਿਆ ਜਾਵੇ ਇੱਕ ਬੇਟਾ ਹੀ ਸਹਾਰਾ ਨਹੀਂ ਹੁੰਦਾ ਇੱਕ ਮਾਤਾ ਪਿਤਾ ਦਾ, ਬੇਟੀ ਦੁੱਗਣਾ ਸਹਾਰਾ ਹੁੰਦੀ ਹੈ, ਜੇ ਤੁਸੀਂ ਉਸ ਨੂੰ ਇਸ ਕਾਬਿਲ ਸਮਝੋ। ਮੇਰੇ ਦਰਸ਼ਕ ਜੋ ਮੈਨੂੰ ਦੇਖ ਰਹੇ ਹੈ, ਮੈਨੂੰ ਸੁਣ ਰਹੇ ਹੈ, ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਮੇਰਾ ਇਸ ਬੇਟੀ ਦੇ ਨਾਲ ਇੰਟਰਵਿਊ ਲੈਣ ਦਾ ਇੱਕ ਹੀ ਮੋਟਿਵ ਸੀ ਕਿ ਜੋ ਬੇਟੀਆਂ ਨੂੰ ਕੁਝ ਨਹੀਂ ਸਮਝਦੇ, ਜੋ ਸਮਝਦੇ ਕਿ ਬੇਟੇ ਹੀ ਸਭ ਕੁਝ ਹੁੰਦੇ ਹੈ, ਇਹ ਚੀਜ਼ ਗਲਤ ਹੈ। ਬੇਟੀਆਂ ਇੱਕ ਐਸੀ ਸਾਡੀ ਜਨਰੇਸ਼ਨ ਹੈ ਜੋ ਅੱਜ ਤਾਂ ਹੈ ਹੀ ਨਹੀਂ ਕਿ ਬੇਟੀ ਕੁਝ ਨਹੀਂ ਕਰ ਸਕਦੀ। ਬੇਟੀ ਹੈ, ਇੱਕ ਲੇਡੀ ਹੈ, ਉਹ ਬਹੁਤ ਕੁਝ ਕਰ ਸਕਦੀ ਹੈ, ਉਹ ਕਿਸੇ ਤੋਂ ਘੱਟ ਨਹੀਂ ਹੈ। ਉਹਨੂੰ ਬਰਾਬਰੀ ਦਾ ਅਧਿਕਾਰ ਦਿਓ। ਬੇਟੇ ਨੂੰ ਜਿੱਦਾਂ ਬੇਟੇ ਨੂੰ ਤੁਸੀਂ ਮਾਨ ਸਨਮਾਨ ਦਿੰਦੇ ਹੋ, ਉਹੀ ਮਾਨ ਸਨਮਾਨ ਆਪਣੀ ਬੇਟੀ ਨੂੰ ਵੀ ਦਿਓ, ਤਾਂ ਕਿ ਉਹ ਇੱਕ ਉਜਾਲਾ, ਇੱਕ ਕਿਰਨ ਬਣ ਕੇ ਪੂਰੇ ਦੇਸ਼ ਨੂੰ ਰੋਸ਼ਨ ਕਰ ਸਕੇ। ਜੈ ਜਿਨੇਂਦਰ।